काज प्रशासन मुर्दाबाद मुर्दाबाद मुर्दाबाद। काज प्रशासन हाय 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 हाय। स्टूडेंट डिपार्टमेंट के चलान करा के रहांगे करा के रहांगे। काज प्रशासन मुर्दाबाद मुर्दाबाद मुर्दाबाद। डॉक्टर विद्यार्थियों ਨੂੰ ਜਲੀਲ ਕਰਨ ਵਾਲੇ ਪ੍ਰੋਫੈਸਰਾਂ ਦੇ ਪਰਚਾ ਦਰਜ ਕਰੋ ਦਰਜ ਕਰੋ दर्ज करो। डॉक्टर विद्यार्थियों जलील करने प्रोफेसर के पर्चा दर्ज करो दर्ज करो दर्ज करो। काज प्रशासन ਹੁਣ ਸਾਡੇ ਨਾਲ ਨੇ ਨਹਿਰੂ ਮੈਮੋਰੀਅਲ ਸਟੂਡੈਂਟ ਯੂਨੀਅਨ ਦੇ ਯੁਵਾ ਵਿਦਿਆਰਥੀ। ਕੀ ਨਾਮ ਹੈ ਜੀ ਆਪਣਾ? ਪ੍ਰਦੀਪ ਜੀ, ਬੀਤੇ 2-3 ਦਿਨਾਂ ਤੋਂ ਤੁਸੀਂ ਨਹਿਰੂ ਕਾਲਜ ਦੇ ਗੇਟ ਦੇ ਅੱਗੇ ਧਰਨਾ ਲਗਾਇਆ ਹੋਇਆ ਹੈ, ਪੂਰਾ ਕੀ ਮਸਲਾ ਹੈ ਸਰ? ਇਹ ਅਸੀਂ ਜੀ ਜਿਹੜਾ ਉੱਪਰਲਾ ਡਿਪਾਰਟਮੈਂਟ ਹੈ ਕੰਪਿਊਟਰ ਡਿਪਾਰਟਮੈਂਟ, ਉਹਨੂੰ ਕਾਲਜ ਪ੍ਰਸ਼ਾਸਨ ਆਪਦੇ ਆਪ ਹੀ ਬੰਦ ਕਰਨ ਜਾ ਰਿਹਾ ਹੈ। ਕੋਈ ਸਰਕਾਰ ਵੱਲੋਂ ਆਰਡਰ ਨਹੀਂ ਆਇਆ, ਕੋਈ ਕਿਸੇ ਚੇਅਰਪਰਸਨ ਨੇ ਨਹੀਂ ਕਿਹਾ ਉੱਪਰਲਾ ਡਿਪਾਰਟਮੈਂਟ ਬੰਦ ਕਰ ਦਿਓ। ਪਰ ਉਹਦੇ ਵਿੱਚ ਜਿਹੜੇ BCA PGDCA MSCIT ਦੇ ਕੋਰਸ ਚੱਲਦੇ ਨੇ, ਉਹਦੇ 'ਚ ਵੱਧ ਤੋਂ ਵੱਧ ਵੀ ਆਪਣੇ ਏਰੀਆ ਰੂਰਲ ਏਰੀਆ ਹੋਣ ਕਰਕੇ ਵੀ ਗਰੀਬ ਤਬਕੇ ਦੇ ਜਵਾਕ ਪੜ੍ਹਦੇ ਨੇ, ਗਰੀਬ ਮਜ਼ਦੂਰਾਂ ਦੇ, ਗਰੀਬ ਕਿਸਾਨਾਂ ਦੇ ਬੱਚੇ ਪੜ੍ਹਦੇ ਨੇ। ਪਰ ਇਸ ਕਾਲਜ ਪ੍ਰਸ਼ਾਸਨ ਦੇ ਕੁਝ ਕੁ ਪ੍ਰੋਫੈਸਰਾਂ ਵੱਲੋਂ ਜਿਹੜੇ ਆਪਦੇ ਆਪ ਨੂੰ ਵੀ ਮੋਢੀ ਕਹਾਉਂਦੇ ਨੇ, ਜਦੋਂ ਕੋਈ ਮੀਡੀਆ ਵਾਲਾ ਪੁੱਛਦਾ ਉਦੋਂ ਜ਼ਿੰਮੇਵਾਰੀ ਤੋਂ ਭੱਜ ਜਾਂਦੇ ਨੇ ਵੀ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਕਿਸੇ ਚੀਜ਼ ਦੇ। ਉਹਨਾਂ ਨੇ ਆਪਦੀ ਮਰਜ਼ੀ ਨਾਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਜਦੋਂ ਪੂਰੇ ਜਿਹੜਾ ਉੱਪਰਲਾ ਡਿਪਾਰਟਮੈਂਟ ਹੈ ਕੰਪਿਊਟਰ ਡਿਪਾਰਟਮੈਂਟ ਦੇ ਨਾਲ ਅਸੀਂ ਰਲ ਕੇ ਧਰਨਾ ਲਾਇਆ, ਕੱਲ੍ਹ ਕਾਲਜ ਦੇ ਪ੍ਰਿੰਸੀਪਲ ਦੇ ਗੇਟ ਦੇ ਅੱਗੇ ਧਰਨਾ ਲਾਇਆ, ਉਦੋਂ ਬਾਅਦ ਸਾਨੂੰ ਮੀਟਿੰਗ ਵਾਸਤੇ ਵੀ ਬੁਲਾਇਆ ਗਿਆ। ਮੀਟਿੰਗ 'ਚ ਵਾਸਤੇ ਬੁਲਾਇਆ ਤੇ ਜਦੋਂ ਗੱਲਬਾਤ ਕੀਤੀ ਇਹਨਾਂ ਸਾਰੇ ਪ੍ਰੋਫੈਸਰਾਂ ਦੇ ਸਾਹਮਣੇ ਮੈਨੂੰ ਜਾਤੀ ਤੌਰ ਤੇ ਪ੍ਰੋਫੈਸਰ ਸੁਪਨਦੀਪ ਕੌਰ, ਪ੍ਰੋਫੈਸਰ ਚਰਨਜੀਤ ਸਿੰਘ ਸਿੱਧੂ, ਪ੍ਰੋਫੈਸਰ ਆਪਣਾ ਅਵਿਨਾਸ਼ ਤੇ ਇਹਨਾਂ ਵੱਲੋਂ ਮੈਨੂੰ ਜਾਤੀ ਤੌਰ ਤੇ ਜਲੀਲ ਕੀਤਾ ਗਿਆ। ਤੇ ਇਸ ਦੇ ਖਿਲਾਫ ਮੈਂ ਕੱਲ੍ਹ ਥਾਣੇ ਦਰਖਾਸਤ ਵੀ ਦਿੱਤੀ ਹੈ ਸਿਟੀ 2 ਦੇ ਵਿੱਚ। ਇਹ ਪ੍ਰੋਫੈਸਰ ਮੇਰੇ ਨਾਲ 3 ਜਰਨਲ ਪ੍ਰੋਫੈਸਰ ਗਵਾਹ ਵੀ ਸੀਗੇ। ਉਸ ਤੋਂ ਬਾਅਦ ਵੀ ਸਾਡੀ ਵੀ ਹਜੇ ਪਹਿਲੀ ਮੰਗ ਤਾਂ ਇਹੀ ਹੈ ਵੀ ਬੱਚਿਆਂ ਦੇ ਚਲਾਨ ਜਨਰੇਟ ਹੋਣ, ਜਿਹੜੇ ਵੀ ਉਹਨਾਂ ਦਾ ਭਵਿੱਖ ਨਾਲ ਖਿਲਵਾੜ ਨਾ ਹੋਵੇ, ਵੀ ਬੱਚਿਆਂ ਦੀ ਪੜ੍ਹਾਈ ਜਾਰੀ ਰਹਿ ਸਕੇ। ਤੇ ਦੂਜੀ ਮੇਰੀ ਮੰਗ ਇਹ ਹੈ ਵੀ ਜਿਹੜਾ ਮੈਂ ਦਰਖਾਸਤ ਦਿੱਤੀ ਹੈ, 3 ਗਵਾਹ ਨੇ ਮੇਰੇ ਕੋਲ, SC ST ਐਕਟ ਦਾ ਇਹ 4 ਪ੍ਰੋਫੈਸਰਾਂ ਦੇ ਪਰਚਾ ਦਰਜ ਕੀਤਾ ਜਾਵੇ। ਉੱਪਰਲੇ ਤੋਂ ਭਾਵ ਮਤਲਬ ਇੱਥੇ 2 ਤਰ੍ਹਾਂ ਦੇ ਕਾਲਜ ਚੱਲ ਰਹੇ, ਇੱਕ ਉੱਪਰਲੀ ਬਿਲਡਿੰਗ 'ਚ ਇੱਕ ਨੀਚਲੀ। ਨਹੀਂ, ਕਾਲਜ ਤਾਂ ਇੱਕੋ ਹੀ ਹੈ ਜੀ। ਉੱਪਰਲਾ ਡਿਪਾਰਟਮੈਂਟ ਹੈ ਜਿਹੜਾ ਸੁਸਾਇਟੀ ਬਣੀ ਹੋਈ ਹੈ ਇੱਕ, ਜਿਹੜੇ ਕੰਪਿਊਟਰ ਡਿਪਾਰਟਮੈਂਟ ਦੀ ਹੈ, ਠੀਕ ਹੈ। ਉਹਨਾਂ ਦਾ ਲੱਖਾਂ ਰੁਪਈਆਂ ਦਾ ਫੰਡ ਹੈ, ਉਹਨਾਂ ਦੀਆਂ ਐਫਡੀਆਂ ਸੀਗੀਆਂ ਤਲਵਾ ਕੇ ਜਿਹੜਾ ਥੱਲੇ ਦੇ ਪ੍ਰੋਫੈਸਰ ਨੇ ਜਿਹੜੇ ਆਪਦੇ ਆਪ ਨੂੰ ਮੋਢੀ ਕਹਾਉਂਦੇ ਨੇ, ਉਹਨਾਂ ਨੇ ਵਰਤ ਲਿਆ ਗਿਆ, ਉਹਨਾਂ ਦੀਆਂ ਐਫਡੀਆਂ ਤਲਵਾ ਕੇ। ਪਰ ਜਦੋਂ ਅੱਜ ਇਹਨਾਂ ਨੂੰ ਵਕਤ ਪਿਆ, ਇਹਨਾਂ ਨੂੰ ਲੋੜ ਪਈ ਪੈਸੇ ਦੀ, ਇਹਨਾਂ ਦੀਆਂ ਤਨਖਾਹਾਂ ਦੀ, ਤੇ ਅੱਜ ਇਹਨਾਂ ਨੂੰ ਹੱਥ ਖੜੇ ਕਰਕੇ ਇਹਨਾਂ ਨੂੰ ਕਹਿੰਦਾ ਵੀ ਘਰੇ ਬਹਿ ਜਾਓ। ਤੁਸੀਂ ਕਿਸ ਬਣਾ 'ਤੇ ਕਹਿ ਰਹੇ ਹੋ ਵੀ ਉਹ ਜੋ ਫੰਡ ਨੇ ਬੇਫਜ਼ੂਲ ਤਰੀਕੇ ਨਾਲ ਵਰਤੇ ਗਏ? ਕੀ ਸਬੂਤ ਹੈ ਤੁਹਾਡੇ ਕੋਲ? ਇਹਨਾਂ ਦੇ ਜਿਹੜਾ ਉੱਪਰਲੇ ਇਹ ਪ੍ਰੋਫੈਸਰ ਦੱਸਣਗੇ, ਇਹਨਾਂ ਦੀਆਂ ਐਫਡੀਆਂ ਤਲਵਾਈਆਂ ਗਈਆਂ ਜਿਹੜੀਆਂ ਉਹ ਥੱਲੇ ਵਰਤੀਆਂ ਗਈਆਂ। ਇਹਨਾਂ ਤੋਂ ਪੁੱਛ ਸਕਦੇ ਹੋ ਤੁਸੀਂ ਇਸ ਬਾਰੇ। ਸਿੱਧੀ ਤੁਹਾਡੀ ਮੰਗ ਹੈ ਕਿ ਜੋ ਕੋਰਸਿਸ ਕਾਲਜ ਦੇ ਵਿੱਚ ਚੱਲ ਰਹੇ ਸੀ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ, ਉਹਨਾਂ ਨੂੰ ਬੰਦ ਨਾ ਕੀਤਾ ਜਾਵੇ, ਕੰਟੀਨਿਊ ਰੱਖਿਆ ਜਾਵੇ, ਅਤੇ ਜੋ ਸਟੂਡੈਂਟ ਇੱਥੇ ਪੜ੍ਹਾਈ ਕਰਦੇ ਆ ਰਹੇ ਉਸੇ ਤਰ੍ਹਾਂ ਪੜ੍ਹਾਈ ਕਰਦੇ ਰਹਿਣ। ਬਿਲਕੁਲ ਜੀ, ਸਾਡੀ ਇਹੀ ਮੰਗ ਆ ਵੀ ਉੱਪਰਲੇ ਜਿਹੜੇ ਡਿਪਾਰਟਮੈਂਟ ਦੇ ਸਟੂਡੈਂਟ ਨੇ, ਕੰਪਿਊਟਰ ਵਿਭਾਗ ਦੇ ਸਟੂਡੈਂਟ ਨੇ, ਉਹਨਾਂ ਦੇ ਚਲਾਨ ਜਨਰੇਟ ਕੀਤੇ ਜਾਣ ਤੇ ਉਹ ਆਪਦੀ ਪੜ੍ਹਾਈ ਜਾਰੀ ਕਰ ਸਕਣ, ਕੰਟੀਨਿਊ ਰੱਖਿਆ ਜਾਵੇ। ਹਾਂਜੀ ਬਿਲਕੁਲ। ਹੁਣ ਸਾਡੇ ਨਾਲ ਨੇ ਨਹਿਰੂ ਕਾਲਜ ਦੇ ਕੰਟਰੈਕਟ ਬੇਸ 'ਤੇ ਰੱਖੇ ਹੋਏ ਪ੍ਰੋਫੈਸਰ, ਜੋ ਬੀਤੇ ਕੁਝ ਸਾਲਾਂ ਤੋਂ ਕੰਟੀਨਿਊ ਆਪਣੀ ਸੇਵਾ ਨਹਿਰੂ ਕਾਲਜ ਦੇ ਵਿੱਚ ਨਿਭਾ ਰਹੇ ਹਨ। ਪਰੰਤੂ ਇਹਨਾਂ ਦਾ ਦੋਸ਼ ਹੈ ਕਿ ਜੋ ਕਾਲਜ ਦਾ ਉੱਪਰਲਾ ਸਟਾਫ ਹੈ ਉਹਨਾਂ ਨੂੰ ਅਣਅਧਿਕਾਰਿਕ ਤੌਰ ਤੇ ਕਾਲਜ ਦੇ ਵਿੱਚੋਂ ਕੱਢ ਰਿਹਾ ਹੈ ਅਤੇ ਉਹਨਾਂ ਦੀ ਕੰਟੀਨਿਊਲੀ ਜੋ ਸੇਵਾਵਾਂ ਹੈ ਉਸ ਨੂੰ ਪੂਰਨ ਤੌਰ ਤੇ ਬੰਦ ਕਰਨ ਜਾ ਰਿਹਾ ਹੈ। ਸਾਡੇ ਨਾਲ ਨੇ ਪ੍ਰੋਫੈਸਰ ਪ੍ਰਿਆ ਦਾਨੇਵਾਲੇ ਜੀ। ਪੂਰਾ ਮਸਲਾ ਕੀ ਹੈ ਮੈਡਮ? ਮਸਲਾ ਤਾਂ ਇਹੀ ਹੈ ਸਰ, 15 ਸਾਲ ਤੋਂ ਇੱਥੇ ਕੋਰਸਸ ਚੱਲ ਰਹੇ ਨੇ, ਜਿਨ੍ਹਾਂ ਨੂੰ ਕਿ ਇਹਨਾਂ ਨੇ ਇੱਕਦਮ ਹੀ ਇਹ ਡਿਸੀਜਨ ਲੈ ਲਿਆ ਵੀ ਇਹ ਕੋਰਸ ਬੰਦ ਕਰ ਦਿੱਤੇ ਜਾਣ। ਬੱਚਿਆਂ ਦੀ ਐਡਮਿਸ਼ਨਾਂ ਆਲਰੇਡੀ ਹੋ ਚੁੱਕੀਆਂ ਸੀ, ਐਡਵਰਟਾਈਜ਼ਮੈਂਟ ਹੋ ਚੁੱਕੀ ਸੀ ਸਾਰੇ ਕੋਰਸਾਂ ਦੀ, ਰਜਿਸਟਰਡ ਬੱਚੇ ਨੇ ਸਾਡੇ ਕੋਲੇ। ਪਰ ਸਾਡੀ ਸਹਿਮਤੀ ਤੋਂ ਬਿਨਾਂ, ਸਾਨੂੰ ਬਿਨਾਂ ਦੱਸੇ ਬੱਚਿਆਂ ਨੂੰ ਡਾਇਰੈਕਟ ਫੋਨ ਕਰਕੇ ਕਿਹਾ ਗਿਆ ਵੀ ਇਹ ਕੋਰਸ ਨਹੀਂ ਚੱਲ ਰਹੇ, ਤੁਸੀਂ ਕਿਸੇ ਹੋਰ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਲੈ ਲਓ। ਸਾਡੀ ਜਾਣਕਾਰੀ ਮੁਤਾਬਕ ਹਰ ਸਾਲ ਤੁਸੀਂ ਜੋ ਕੰਟਰੈਕਟ ਬੇਸ ਤੇ ਪ੍ਰੋਫੈਸਰ ਰੱਖੇ ਜਾਂਦੇ ਸੀ ਉਹਨਾਂ ਨੂੰ ਇੱਕ ਬ੍ਰੇਕ ਦਿੱਤਾ ਜਾਂਦਾ ਸੀ 3 ਮਹੀਨਿਆਂ ਦਾ, ਤਾਂ ਉਸ ਤੋਂ ਬਾਅਦ ਫਿਰ ਕੰਟੀਨਿਊ ਦੁਬਾਰਾ ਉਹਨਾਂ ਨੂੰ ਦੁਬਾਰਾ ਕਾਲਜ ਵਿੱਚ ਬੁਲਾ ਲਿਆ ਜਾਂਦਾ ਸੀ। ਤੁਹਾਡਾ ਮਤਲਬ ਹੈ ਕਿ ਹੁਣ ਪ੍ਰੈਜ਼ੈਂਟਲੀ ਤੁਹਾਨੂੰ ਪਰਮਾਨੈਂਟ ਕਹਿ ਦਿੱਤਾ ਗਿਆ ਵੀ ਤੁਹਾਡੀ ਕਾਲਜ ਦੇ ਵਿੱਚ ਜ਼ਰੂਰਤ ਨਹੀਂ, ਤੁਸੀਂ ਆਪਣਾ ਕੋਈ ਹੋਰ ਕਾਰੋਬਾਰ ਲੱਭ ਲਓ? ਨਹੀਂ ਜੀ, ਸਾਨੂੰ ਇਸ ਗੱਲ ਦਾ ਵੀ ਰੋਸ ਹੈ ਵੀ ਸਾਨੂੰ ਰਿਸਪੈਕਟਫੁਲੀ ਤਾਂ ਇਹ ਵਰਡਿੰਗ ਵੀ ਨਹੀਂ ਕਹੀ ਗਈ। ਸਾਨੂੰ ਸਿੱਧੇ ਤੌਰ ਤੇ ਕਾਲਜ ਦੇ ਜੋ ਅਫੀਸ਼ੀਅਲ ਗਰੁੱਪ ਦੇ ਵਿੱਚ ਅਸੀਂ ਐਡ ਸੀ, ਜਿਹਦੇ ਵਿੱਚ ਸਾਰੀ ਕਾਲਜ ਦੀ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਪਾਈ ਜਾਂਦੀ ਸੀ, ਉਸ ਗਰੁੱਪ ਦੇ ਵਿੱਚੋਂ ਰਿਮੂਵ ਹੀ ਕਰ ਦਿੱਤਾ ਗਿਆ। ਸਾਨੂੰ ਤਾਂ ਸਿਰਫ ਉਸ ਰਿਮੂਵ ਕਰਨ ਤੋਂ ਹੀ ਪਤਾ ਚੱਲਿਆ ਕਿ ਅਸੀਂ ਕਾਲਜ ਦਾ ਪਾਰਟ ਨਹੀਂ ਰਹੇ। ਤੁਸੀਂ ਪ੍ਰਿੰਸੀਪਲ ਨਾਲ ਜਾਂ ਸੰਬੰਧਿਤ ਜਿਹੜੇ ਪ੍ਰੋਫੈਸਰ ਜੋ ਇੱਥੇ ਪਰਮਾਨੈਂਟ ਜੌਬ ਦੇ ਉੱਤੇ ਹਨ ਉਹਨਾਂ ਨਾਲ ਇਸ ਬਾਰੇ ਕੋਈ ਗੱਲ ਕੀਤੀ? ਸਰ, ਗੱਲ ਕਰਨ ਦਾ ਇਹ ਸੀ ਵੀ ਇੱਥੇ ਕੋਈ ਪਰਮਾਨੈਂਟ ਪ੍ਰਿੰਸੀਪਲ ਹੈ ਹੀ ਨਹੀਂ। ਜਦੋਂ ਅਸੀਂ ਕਿਸੇ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਰੇ ਪ੍ਰਿੰਸੀਪਲ ਹੁੰਦੇ ਆ, ਜੇ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇੱਥੇ ਕੋਈ ਵੀ ਪ੍ਰਿੰਸੀਪਲ ਨਹੀਂ ਹੁੰਦਾ। ਕੀ ਨਾਮ ਹੈ ਜੀ ਆਪਣਾ? ਗਗਨਦੀਪ ਕੁਮਾਰ। ਗਗਨਦੀਪ ਪ੍ਰੋਫੈਸਰ ਹੋ ਤੁਸੀਂ ਜੀ? ਤੁਸੀਂ ਸਾਨੂੰ ਇਸ ਮਾਮਲੇ ਬਾਰੇ ਪੂਰਾ ਜਾਣਕਾਰੀ ਦਿਓ ਕਿ ਕਿਉਂ ਤੁਸੀਂ 2 ਦਿਨਾਂ ਤੋਂ ਬੀਤੇ ਕੰਟੀਨਿਊ ਧਰਨਾ ਲਗਾਇਆ ਹੋਇਆ, ਜਿਹਦੇ ਨਾਲ ਤੁਹਾਡੀ ਸਟੂਡੈਂਟ ਵੀ
ਮਦਦ ਕਰ ਰਹੇ ਨੇ ਕਿ ਜੋ ਕੋਰਸ ਚੱਲ ਰਹੇ ਬੰਦ ਨਾ ਕੀਤੇ ਜਾਣ ਅਤੇ ਜੋ ਪ੍ਰੋਫੈਸਰ ਸਾਨੂੰ ਕੰਟੀਨਿਊ ਪੜ੍ਹਾ ਰਹੇ ਸੀ ਉਹੀ ਦੁਬਾਰਾ ਪੜ੍ਹਾਉਂਦੇ ਰਹਿਣ। ਸਰ ਪਹਿਲਾਂ ਤਾਂ ਗੱਲ ਇਹ ਹੈ, ਦੇਖੋ ਅਸੀਂ ਪਿਛਲੇ 1.5-2 ਮਹੀਨਿਆਂ ਤੋਂ ਬਿਨਾਂ ਕਿਸੇ ਸੇਵਾ ਫਲ ਤੋਂ ਕਾਲਜ ਆ ਕੇ ਬੱਚੇ ਦੀ ਐਡਮਿਸ਼ਨਾਂ ਕਰ ਰਹੇ ਹਾਂ। ਸਾਨੂੰ ਕਿਸੇ ਨੇ ਇਹ ਨਹੀਂ ਕਿਹਾ ਕਿ ਤੁਹਾਨੂੰ ਜੁਆਇਨ ਕਰਵਾਵਾਂਗੇ, ਸਿਰਫ ਇਹੀ ਗੱਲ ਹੈ ਤੁਸੀਂ ਜਨਰਲ ਬੱਚੇ ਲੈ ਕੇ ਆਓ। ਐਡਮਿਸ਼ਨਾਂ ਤੁਸੀਂ ਅਕੋਰਡਿੰਗ ਟੂ ਕਾਲਜ ਲਾਅ ਕਰ ਰਹੇ ਸੀ? ਬਿਲਕੁਲ, ਕਾਇਦਾ ਰਜਿਸਟਰ ਬਿਲਕੁਲ, ਵਗੈਰਾ ਬਿਲਕੁਲ, ਹੋਏ ਸੀ? ਬਿਲਕੁਲ। ਤੁਹਾਡੇ ਸਾਈਨ ਆ ਉਹਨਾਂ ਤੇ? ਨਹੀਂ, ਅਸੀਂ ਜਦੋਂ ਔਨ ਡਿਊਟੀ ਹੈ ਹੀ ਨਹੀਂ, ਅਸੀਂ ਤਾਂ ਜਸਟ ਇੱਕ ਤਾਂ ਆ ਗਏ ਚਲੋ ਸਾਡੇ ਕੋਰਸਿਸ ਬੰਦ ਨਾ ਹੋਣ ਕਿ ਆ ਹੈ ਨਾ, ਤੇ ਅਸੀਂ ਉਸ ਗੱਲ ਨੂੰ ਅੱਗੇ ਰੱਖ ਕੇ ਵਿਦਿਆਰਥੀਆਂ ਦੇ ਹੱਕ ਨੂੰ ਅੱਗੇ ਰੱਖ ਕੇ ਕਿ ਸਾਡਾ ਡਿਪਾਰਟਮੈਂਟ ਬੰਦ ਨਾ ਕਰ ਦੇਣ, ਉਸ ਚੀਜ਼ ਨੂੰ ਅੱਗੇ ਰੱਖ ਕੇ ਅਸੀਂ ਆਪਦੇ ਬਿਹਾਫ ਤੇ ਐਡਮਿਸ਼ਨਾਂ ਸ਼ੁਰੂ ਕੀਤੀਆਂ। ਤੇ ਐਂਡ ਟਾਈਮ ਤੇ ਜਦੋਂ ਸਾਡੇ ਕੋਲ ਇੰਨੀਆਂ ਕੁ ਐਡਮਿਸ਼ਨਾਂ ਹੋ ਗਈਆਂ ਕਿ ਚਲੋ ਅਸੀਂ ਆਪਦਾ ਡਿਪਾਰਟਮੈਂਟ ਚਲਾ ਸਕਦੇ ਹਾਂ, ਤੇ ਸਾਨੂੰ ਡਾਇਰੈਕਟਲੀ ਗਰੁੱਪ ਦੇ ਵਿੱਚੋਂ ਨਿਕਾਲ ਦਿੱਤਾ ਗਿਆ ਤੇ ਬੱਚਿਆਂ ਨੂੰ ਸਾਡਿਆਂ ਨੂੰ ਫੋਨ ਕਰ ਦਿੱਤਾ ਗਿਆ ਕਿ ਤੁਸੀਂ ਆਪਦਾ ਕੋਈ ਹੋਰ ਟਿਕਾਣਾ ਦੇਖ ਲਓ, ਸਾਡੇ ਕਾਲਜ ਐਡਮਿਸ਼ਨ ਤੁਹਾਨੂੰ ਨਹੀਂ ਕਾਲਜ ਮਿਲੇਗੀ। ਵੱਲੋਂ ਇਹਨਾਂ ਜੋ ਕੋਰਸਸ ਸੀ ਐਡਵਰਟਾਈਜ਼ ਕੀਤਾ ਗਿਆ ਕਿ ਵਿਦਿਆਰਥੀ ਆਉਣ ਅਤੇ ਬਿਲਕੁਲ ਦਾਖਲਾ ਲੈਣ। ਹਾਂਜੀ, ਪ੍ਰੋਪਰ ਐਡਵਰਟਾਈਜ਼ਮੈਂਟ ਹੋਈ ਹੈ, ਉਹਦੇ ਵਿੱਚ ਸਾਡੇ ਕਿਸ BC ਚੀਜ਼ ਚ ਆਈ ਹੋਈ ਹੈ ਉਹ ਐਡਵਰਟਾਈਜ਼? ਜਿਹੜਾ ਕਾਲਜ ਪ੍ਰੋਪਰ ਦਾ ਕਾਲਜ ਦਾ ਜਿਹੜਾ ਪ੍ਰੋਪਰ ਬੈਨਰ ਹੈ, ਜਾਂ ਜਿੱਥੇ ਜਿਵੇਂ ਬੱਸ ਸਟੈਂਡ ਤੇ ਵੀ ਇਹਨਾਂ ਨੇ ਲਗਵਾਇਆ, ਕਾਲਜ ਦੇ ਬਾਹਰ ਵੀ ਲਗਵਾਇਆ ਹੈ, ਜਾਂ WhatsApp ਤੇ ਵੀ ਅਲੱਗ-ਅਲੱਗ ਸੋਸ਼ਲ ਮੀਡੀਆ ਤੇ ਬਹੁਤ ਜਗ੍ਹਾ ਕਿਤੇ ਇਹ ਸਾਰੀਆਂ ਚੀਜ਼ਾਂ। ਮਤਲਬ ਕਿ ਬੱਚਿਆਂ ਨੂੰ ਇੰਕਰੀਜ਼ ਕੀਤਾ ਗਿਆ ਕਿ ਇਹਨਾਂ ਕਾਲਜਾਂ ਦੇ ਵਿੱਚ ਵਿੱਦਿਆ ਹਾਸਲ ਕਰਨ ਲਈ ਸਾਡੇ ਕੋਲੇ ਆਓ। ਬਿਲਕੁਲ, ਬਿਲਕੁਲ। ਪਰੰਤੂ ਐਟ ਪ੍ਰੈਜ਼ੈਂਟ ਇਹ ਉਹ ਕੋਰਸਾਂ ਨੂੰ ਬੰਦ ਕਰ ਰਹੇ ਹਨ ਬਿਨਾਂ ਕਿਸੇ ਸਰਕਾਰੀ ਆਦੇਸ਼ਾਂ ਤੋਂ। ਬਿਲਕੁਲ, ਕਿਉਂਕਿ ਸਾਡੇ ਕੋਲ ਸਾਰੇ ਬੱਚੇ ਤਕਰੀਬਨ SC ਸੀ, ਜਿਹੜੇ ਬੱਚੇ ਜਰਨਲ ਹੋਏ ਸੀ ਜਾਂ ਜਿਹੜੇ ਬੱਚੇ ਕੈਟਾਗਰੀ ਨੂੰ ਬਿਲੋਂਗ ਕਰਦੇ ਸੀ, ਉਹਨਾਂ ਨੂੰ ਇਹਨਾਂ ਨੇ ਆਪਣੇ ਆਪ ਆਪਣੇ ਬਿਹਾਫ ਤੇ ਫੋਨ ਕਰਕੇ ਕਿ ਤੁਹਾਡੀ ਐਡਮਿਸ਼ਨ ਨਹੀਂ ਹੋਏਗੀ, ਅਸੀਂ ਡਿਪਾਰਟਮੈਂਟ ਹੀ ਬੰਦ ਕਰ ਰਹੇ ਹਾਂ। ਤੁਸੀਂ ਬਹੁਤ ਵੱਡਾ ਇਲਜ਼ਾਮ ਲਗਾ ਰਹੇ ਹੋ, ਜੋ ਇੱਥੋਂ ਦੇ ਪ੍ਰਬੰਧਕ ਨੇ ਵੀ ਉਹਨਾਂ ਨੇ ਆਪਣੇ ਬਿਹਾਫ ਤੇ ਹੀ ਬੰਦ ਕਰ ਦਿੱਤਾ। ਬਿਲਕੁਲ, ਬਿਲਕੁਲ। ਅਗਰ ਆਉਣ ਵਾਲੇ ਸਮੇਂ ਵਿੱਚ ਕੋਈ ਸਬੂਤਾਂ ਦੀ ਜ਼ਰੂਰਤ ਪਵੇ ਤਾਂ ਤੁਸੀਂ ਉਸ ਨੂੰ ਸ਼ੋਅ ਕਰ ਸਕਦੇ ਹੋ? ਬਿਲਕੁਲ, ਸਾਡੇ ਕੋਲ ਸਾਡਾ ਜਿਹੜੇ ਬੱਚੇ ਨੂੰ ਅਸੀਂ ਕਾਲ ਕੀਤੀ ਹੈ, ਸਾਡੀ ਕਾਲ ਡਿਟੇਲ ਕਢਾਈ ਜਾਵੇ, ਸਾਡੇ ਕੋਲ ਉਹ ਬੱਚਿਆਂ ਦੇ ਫਾਰਮ ਵੀ ਪਏ ਨੇ, ਸਾਰੀ ਚੀਜ਼ ਸਾਡੇ ਕੋਲ ਪ੍ਰੈਜ਼ੈਂਟ ਹੈਗੀ ਹੈ। ਤੁਹਾਡੇ ਕੋਲ ਰਿਕਾਰਡਿੰਗ ਵੀ ਹੈ? ਰਿਕਾਰਡਿੰਗ ਨਹੀਂ ਹੈ ਸਾਡੇ ਕੋਲ, ਰਿਕਾਰਡਿੰਗ ਨਹੀਂ ਹੈ, ਪਰ ਬੱਚਿਆਂ ਨੂੰ ਅਗਰ ਆਪਾਂ ਫੋਨ ਕਰਕੇ ਪੁੱਛਾਂਗੇ ਤਾਂ ਉਹੀ ਗੱਲ ਕਹਿਣਗੇ ਕਿ ਸਾਨੂੰ ਕਾਲਜ ਦੇ ਵਿੱਚ ਫੋਨ ਆਇਆ ਸੀ, ਐਡਮਿਸ਼ਨ ਉਰੇ ਨਹੀਂ ਹੋ ਸਕਦੀ। ਸਿੱਧਾ ਤੁਹਾਡੇ ਵੱਲੋਂ ਕਹਿਣਾ ਹੈ ਕਿ ਤੁਹਾਨੂੰ ਕਿੰਨਾਂ ਦੇ ਆਦੇਸ਼ਾਂ ਦੇ ਤਹਿਤ ਦੁਬਾਰਾ ਤੁਹਾਡੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ, ਇਸ ਲਈ ਸਾਨੂੰ ਪਰਮਾਨੈਂਟ ਪ੍ਰੂਫ ਦਿੱਤਾ ਜਾਵੇ? ਹਾਂਜੀ, ਪਰਮਾਨੈਂਟ ਲਿਖਤੀ ਪ੍ਰੂਫ ਦਿੱਤਾ ਜਾਵੇ। 2 ਵਾਰੀ ਅਸੀਂ ਮੰਗ ਚੁੱਕੇ ਹਾਂ, ਕੋਈ ਸਾਨੂੰ ਪ੍ਰੂਫ ਨਹੀਂ ਦਿੱਤਾ ਗਿਆ। ਅਸੀਂ ਬਾਰ-ਬਾਰ ਫਿਰ ਮੰਗ ਕਰਦੇ ਹਾਂ ਕਿ ਸਾਨੂੰ ਪ੍ਰੂਫ ਦਿੱਤਾ ਜਾਵੇ। ਇਹ ਕਹਿੰਦੇ ਬੈਠਕ ਬੁਲਾਈ ਹੈ, ਕੋਈ ਬੈਠਕ ਨਹੀਂ ਬੁਲਾਈ ਗਈ, ਨਾ ਹੀ ਸਾਨੂੰ ਕੋਈ ਲਿਖਤੀ ਰਿਪੋਰਟ ਦੇ ਰਿਹਾ, ਕਹਿ ਰਿਹਾ ਕਿ ਅਸੀਂ ਦੇ ਨਹੀਂ ਸਕਦੇ, ਸਾਨੂੰ ਲਿਖਤੀ ਦਿੱਤਾ ਜਾਵੇ। ਅਸੀਂ ਮੀਡੀਆ ਰਾਹੀਂ ਮੰਗ ਕਰ ਰਹੇ ਹਾਂ ਉਸ ਚੀਜ਼ ਦੀ। ਅਸੀਂ ਇਹ ਵੀ ਗੱਲ ਕਰ ਰਹੇ ਹਾਂ ਕਿ ਕਿਉਂ ਬੰਦ ਕੀਤੇ ਜਾ ਰਹੇ ਨੇ, ਜਦੋਂ ਕਿ ਸਾਡੇ ਕੋਲ ਸਟਰੈਂਥ ਹੈਗੀ ਹੈ ਬੱਚਿਆਂ ਦੀ, ਸਾਡੇ ਕੋਲ SC ਬੱਚੇ ਨੇ, ਫਿਰ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ SC ਪੜ੍ਹਨਗੇ ਨਹੀਂ। ਮੋਸਟਲੀ ਆਪਾਂ ਗੱਲ ਕਰਦੇ ਹਾਂ ਕਿ ਜੇ ਸਰਕਾਰ ਦੀ ਗੱਲ ਕਰੀਏ ਕਿ ਸਰਕਾਰ ਨੇ ਜਿਹੜੇ ਸਰਕਾਰੀ ਕਾਲਜ ਹੈ ਉਹ ਕਿਹਦੇ ਵਾਸਤੇ ਬਣਾਏ, ਸਰਕਾਰੀ ਹਸਪਤਾਲ ਕਿਹਦੇ ਵਾਸਤੇ ਬਣਾਏ ਨੇ? ਗਰੀਬਾਂ ਵਾਸਤੇ ਬਣਾਏ ਨੇ, ਗਰੀਬਾਂ ਵਾਸਤੇ ਬਣਾਏ ਨੇ ਨਾ, ਤਾਂ ਫਿਰ ਕਿਉਂ ਨਹੀਂ ਇਹ ਪੜ੍ਹਨ ਦੇ ਰਹੇ? ਟੋਟਲ ਕਿੰਨੇ ਪ੍ਰੋਫੈਸਰ ਹੋ ਤੁਸੀਂ ਜੋ HEIS ਦੇ ਤਹਿਤ ਹੁੰਦੇ? 8 ਮੈਂਬਰ ਹਾਂ ਜੀ HEIS ਦੇ ਵਿੱਚ। 4th ਕਲਾਸ ਦੇ ਵਿੱਚ 4 ਮੈਂਬਰ ਸਾਡੇ ਹੈਗੇ ਨੇ ਜੀ। ਸਾਡੇ ਫੰਡ ਦੇ ਵਿੱਚੋਂ ਰਿਲੀਜ਼ ਹੁੰਦੀ ਹੈ ਉਹਨਾਂ ਦੀ ਤਨਖਾਹ। ਮੋਸਟਲੀ ਇਹਨਾਂ ਨੇ ਪਹਿਲਾਂ ਜਿਹੜੇ ਸਾਡੇ ਫੰਡ ਸੀ ਉਹ ਬਹੁਤ ਧੱਚੀਆਂ ਉਡਾਈਆਂ ਨੇ ਕਿ ਇਹਨਾਂ ਦਾ ਮੇਨ ਮੋਟਿਵ ਕੀ ਸੀ ਕਿ ਇਹਨਾਂ ਨੂੰ ਜਲਦੀ ਮੁਕਾ ਕੇ ਇਹਨਾਂ ਨੂੰ ਘਰੇ ਤੋਰਿਆ ਜਾਵੇ। ਤੁਹਾਡੇ ਕਹਿਣ ਦਾ ਮਤਲਬ ਹੈ ਬੱਚਿਆਂ ਦੀ ਫੀਸ ਵਿੱਚੋਂ ਹੀ ਤੁਹਾਡੇ ਜੋ ਮਿਹਨਤਾਨਾ ਸੀ ਤੁਹਾਨੂੰ ਦਿੱਤਾ ਜਾਂਦਾ ਸੀ, ਪਰੰਤੂ ਬੱਚਿਆਂ ਦੀ ਮਿਹਨਤਾਨਿਆਂ ਦੀ ਫੀਸ ਜੋ ਦੇ ਰੂਪ ਵਿੱਚ ਪ੍ਰਦਾਨ ਹੁੰਦੀ ਸੀ ਕਾਲਜ ਨੂੰ, ਹੁਣ ਉਹਨਾਂ ਨੇ ਨਜਾਇਜ਼ ਰੂਪ ਵਿੱਚ ਉਡਾ ਕੇ ਨਜਾਇਜ਼ ਰੂਪ ਦੇ ਵਿੱਚ ਜੀ, ਜਿਹੜਾ ਕਿ ਕਾਲਜ ਦੇ ਉੱਤੇ ਲੱਗਣਾ ਚਾਹੀਦਾ ਸੀ, ਸਾਡੇ ਸਟਾਫ ਦੇ ਉੱਤੇ ਲੱਗਣਾ ਚਾਹੀਦਾ ਸੀ। ਦੂਜੀ ਗੱਲ, ਸਾਡੇ ਜਿਹੜੇ ਲੈਬਸ ਨੇ ਉਹਨਾਂ ਦੇ ਉੱਤੇ ਪੈਸਾ ਲੱਗਣਾ ਚਾਹੀਦਾ ਸੀ। ਲੈਬਸ ਦੇ ਵਿੱਚ ਕੋਈ ਵੀ PC ਨਹੀਂ ਹੈਗਾ ਸਾਡੇ, ਅਸੀਂ ਆਪ ਰਿਪੇਅਰ ਕਰ ਰਹੇ ਹਾਂ ਤੇ ਆਪ ਹੀ ਉਹਨਾਂ ਨੂੰ ਠੀਕ ਕਰਦੇ ਹਾਂ, ਆਪ ਹੀ ਬੱਚੇ ਸੌਫਟਵੇਅਰ ਆਪ ਲੈ ਕੇ ਆਉਣੇ ਆ, ਡਾਊਨਲੋਡ ਕਰਦੇ ਆ ਘਰੇ ਜਾ ਕੇ। ਇੱਥੋਂ ਤੱਕ ਕਿ ਅਸੀਂ ਫਾਰਮ ਦੇ ਜਿੰਨੇ ਵੀ ਫਾਰਮ ਭਰੇ ਆ ਜਵਾਕਾਂ ਦੇ, ਆਪਣੇ ਮੋਬਾਈਲਾਂ ਤੋਂ ਨੈੱਟ ਔਨ ਕਰਕੇ, ਸਾਡੀ ਨੈੱਟ ਦੀ ਫੈਸਿਲਿਟੀ ਵੀ ਨਹੀਂ ਹੈਗੀ ਉੱਪਰ। ਮੌਜੂਦਾ ਸਮੇਂ ਵਿੱਚ ਪ੍ਰਿੰਸੀਪਲ ਕੌਣ ਹੈ ਇੱਥੇ ਜੋ ਮੌਜੂਦਾ ਸਮੇਂ ਵਿੱਚ ਪ੍ਰਿੰਸੀਪਲ ਤਾਂ ਜੀ ਉਰੇ ਸਿੱਧੂ ਸਰ ਨੇ, ਵਾਈਸ ਪ੍ਰਿੰਸੀਪਲ, ਤੇ ਆਪਣੇ ਪ੍ਰਿੰਸੀਪਲ ਬਠਿੰਡਾ ਰਜਿੰਦਰਾ ਕਾਲਜ ਦੇ ਵਿੱਚ ਨੇ ਜੀ, ਜਿਨ੍ਹਾਂ ਕੋਲੇ DD ਪਾਵਰਾਂ ਨੇ ਜੀ। ਯਾਨੀ ਕਿ ਉਹ ਆਰਜੀ ਤੌਰ ਤੇ ਕਾਲਜ ਨੂੰ ਦੇਖਦੇ? ਹਾਂਜੀ, ਉਹ DD ਪਾਵਰਾਂ ਨੇ ਜੀ ਉਹਨਾਂ ਕੋਲ। ਬੀਤੇ 2 ਦਿਨਾਂ ਤੋਂ ਨਹਿਰੂ ਕਾਲਜ ਮਾਨਸਾ ਵਿਖੇ HEIS ਪ੍ਰੋਫੈਸਰ ਅਤੇ ਸਟੂਡੈਂਟਾਂ ਨੇ ਸਮੂਹਿਕ ਤੌਰ ਤੇ ਕਾਲਜ ਪ੍ਰਸ਼ਾਸਨ ਦੇ ਅੰਗੇਸਟ ਧਰਨਾ ਲਗਾਇਆ ਹੋਇਆ ਹੈ ਗੇਟ ਦੇ ਉੱਪਰ, ਅਤੇ ਉਹਨਾਂ ਦੀ ਮੰਗ ਹੈ ਕਿ ਕਾਲਜ ਵਿੱਚ ਜੋ ਕੋਰਸਿਸ ਸਰਕਾਰ ਵੱਲੋਂ ਚਲਾਏ ਗਏ ਸੀ ਉਹਨਾਂ ਨੂੰ ਬੰਦ ਨਾ ਕੀਤਾ ਜਾਵੇ ਅਤੇ ਕੰਟੀਨਿਊ ਰੱਖਿਆ ਜਾਵੇ। ਪਰੰਤੂ ਇਹਨਾਂ ਨੇ ਸਮੁੱਚੇ ਸਟਾਫ ਦੇ ਉੱਤੇ ਦੋਸ਼ ਲਗਾਇਆ ਕਿ ਉਹ
ਬਿਨਾਂ ਕਿਸੇ ਆਧਾਰ ਦੇ ਉੱਤੇ ਇਹ ਜੋ ਕੋਰਸਿਸ ਚਲਾਏ ਹੋਏ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਜੋ ਰੈਗੂਲਰ ਪਿਛਲੇ 8-9 ਸਾਲ ਤੋਂ ਸੇਵਾਵਾਂ ਨਿਭਾ ਰਹੇ ਸੀ 8-10 ਪ੍ਰੋਫੈਸਰ, ਉਹਨਾਂ ਨੂੰ ਬਿਨਾਂ ਕਿਸੇ ਆਦੇਸ਼ ਤੋਂ ਕਾਲਜ ਵਿੱਚ ਨਾ ਆਉਣ ਲਈ ਕਹਿ ਦਿੱਤਾ ਗਿਆ। ਪਰੰਤੂ ਇਸ ਦੇ ਬਾਵਜੂਦ ਵੀ ਪਿਛਲੇ 2 ਮਹੀਨਿਆਂ ਤੋਂ ਕੰਟੀਨਿਊ ਉਹ ਕਾਲਜ ਵਿੱਚ ਆ ਕੇ ਆਪਣੀ ਸੇਵਾ ਦੇ ਰਹੇ ਹਨ। ਇਸ ਦੇ ਉਲਟ ਇੱਕ ਗਰੁੱਪ ਹੋਰ ਕਾਲਜ ਦੇ ਗੇਟ ਦੇ ਅੱਗੇ ਧਰਨਾ ਲਗਾਇਆ ਹੋਇਆ ਹੈ, ਜੋ ਕਿ ਉਹ ਵੀ ਕੱਚੇ ਪ੍ਰੋਫੈਸਰ ਹਨ। ਪਰੰਤੂ ਜਦ ਅਸੀਂ ਉਹਨਾਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਕਿਹਾ ਕਿ ਅਸੀਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦੇ, ਕਿਉਂਕਿ ਸਾਡੇ ਜੋ ਗੱਲ ਕਰਨ ਵਾਲੇ ਕਮੇਟੀ ਦੇ ਉੱਚ ਸਤਰੀਏ ਮੈਂਬਰ ਹਨ ਉਹ ਅੰਦਰ ਮੀਟਿੰਗ ਵਿੱਚ ਸ਼ਮੂਲੀਅਤ ਕਰ ਰਹੇ ਹਨ। ਇਸ ਕਰਕੇ ਅਸੀਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵਾਈਟ ਦੇਣ ਲਈ ਤਿਆਰ ਨਹੀਂ। ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਾਲਜ ਵਿੱਚ ਪ੍ਰੋਫੈਸਰਾਂ ਅਤੇ ਸਟੂਡੈਂਟਾਂ ਦੀ ਪੁਕਾਰ ਜੋ ਬੰਦ ਕੀਤੇ ਜਾ ਰਹੇ ਕੋਰਸਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ, ਇਸ ਦਾ ਨਤੀਜਾ ਕੀ ਨਿਕਲੇਗਾ ਅਤੇ ਜੋ HAS ਦੇ ਪ੍ਰੋਫੈਸਰਾਂ ਨੇ ਕਾਲਜ ਸਟਾਫ ਦੇ ਉੱਤੇ ਇਲਜ਼ਾਮ ਲਗਾਇਆ ਹੈ ਕਿ ਉਹਨਾਂ ਨੇ ਫੰਡਾਂ ਦੀਆਂ ਧੱਜੀਆਂ ਉਡਾਈਆਂ ਨੇ, ਉਸ ਦਾ ਕੀ ਨਤੀਜਾ ਨਿਕਲੇਗਾ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਹੀ ਪਤਾ ਲੱਗੇਗਾ। ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਨਹਿਰੂ ਕਾਲਜ ਦੇ ਪ੍ਰਿੰਸੀਪਲ ਹਨ, ਅਗਰ ਹੋ ਸਕਿਆ ਤਾਂ। ਇੰਨਾ ਕਹਿੰਦਾ ਹੋਇਆ ਮੈਂ ਆਪਣੇ ਦਰਸ਼ਕਾਂ ਤੋਂ ਫਿਰ ਵਿਦਾ ਲੈਣਾ। ਮੈਂ ਜੀਵਨ ਮੀਰਪੁਰੀਆ, MM ਨਿਊਜ਼ ਮਾਨਸਾ। ਸਵਾਲ ਹੀ ਹੁਣ ਸਾਡੇ ਨਾਲ ਨੇ ਪ੍ਰੋਫੈਸਰ ਸੁਪਨਦੀਪ ਜੀ। ਸੁਪਨਦੀਪ ਜੀ, ਪਿਛਲੇ ਪਾਸੇ ਅਸੀਂ ਝਾਤ ਮਾਰੀਏ ਤਾਂ ਇੱਕ ਧਰਨਾ ਸਟੂਡੈਂਟ ਤੇ ਅਤੇ ਕੱਚੇ ਜੋ ਪ੍ਰੋਫੈਸਰਸ ਰੱਖੇ ਹੋਏ ਸੀ ਉਹਨਾਂ ਵੱਲੋਂ ਲਗਾਇਆ ਗਿਆ, ਇੱਕ ਧਰਨਾ ਤੁਹਾਡੇ ਵੱਲੋਂ ਲਗਾਇਆ ਗਿਆ। ਪੂਰਾ ਮਸਲਾ ਕੀ ਹੈ ਮੈਡਮ? ਪੂਰਾ ਮਸਲਾ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਧਿਆਨ 'ਚ ਇਹ ਗੱਲ ਲਿਆਉਣੀ ਚਾਹੁੰਦੀ ਹਾਂ ਕਿ ਜਿੰਨੇ ਵੀ ਇੱਥੇ ਸਾਰੇ ਪ੍ਰੈਸ ਸਾਹਿਬ ਖੜੇ ਨੇ ਸਾਰੇ ਦੇ ਸਾਰੇ ਕੱਚੇ ਨੇ। ਕੱਚੇ ਆ ਜੀ। ਪਹਿਲੀ ਗੱਲ ਇਹਦੇ ਵਿੱਚੋਂ ਸਕੀਮਾਂ ਅਲੱਗ-ਅਲੱਗ ਨੇ, ਕੋਈ ਪਾਰਟ ਟਾਈਮਰ ਹੈ, ਕੋਈ ਗੈਸਟ ਫੈਕਲਟੀ ਹੈ, ਕੋਈ ਕੰਟਰੈਕਟ ਦੇ ਉੱਤੇ ਹੈ। ਔਰ ਇਹ ਜਿਹੜੇ ਪਾਰਟੀਕੂਲਰ ਬੈਠੇ ਨੇ ਜਥੇਬੰਦੀ ਦੇ ਸਾਥ ਨਾਲ, ਇਹ ਸੈਲਫ ਫਾਈਨਾਂਸ ਕੋਰਸ ਹੈ ਜਿਹੜਾ HES ਚੱਲਦਾ ਹੈ, ਉਹਦੇ ਜਿਹੜੇ ਟੀਚਰ ਨੇ। ਇਹ ਇਹਨਾਂ ਦਾ ਮਸਲਾ ਇਹ ਹੈ ਕਿ ਕਹਿੰਦੇ ਆ ਕਿ ਜੁਆਇਨ ਕਰਾਓ, ਤਾਂ ਉਹਦੇ ਬਾਰੇ ਜ਼ਿਆਦਾ ਡਿਟੇਲ 'ਚ ਮੈਡਮ ਗੱਲਬਾਤ ਕਰਨਗੇ ਕਿਉਂਕਿ ਇਹ ਉਸ ਸੁਸਾਇਟੀ ਦੇ ਵਿੱਤ ਸਕੱਤਰ ਨੇ। ਅੱਜ ਜਿਹੜੀ ਤਾਜ਼ਾ ਸਥਿਤੀ ਸਾਡੀ ਇੱਥੇ ਧਰਨੇ 'ਤੇ ਬੈਠਣ ਦੀ ਹੋਈ ਹੈ ਜਿਹੜੀ, ਉਹ ਇਹ ਹੋਈ ਹੈ ਕਿ ਕੱਲ੍ਹ ਸਾਡੇ ਨਾਲ ਮਿਸਬਿਹੇਵ ਕੀਤਾ ਗਿਆ, ਬਹੁਤ ਜ਼ਿਆਦਾ ਕੀਤਾ ਗਿਆ। ਅਸੀਂ 2 ਜਣੇ ਉਹਦੇ ਵਿੱਚ ਲੇਡੀ ਸਟਾਫ ਮੈਂਬਰ ਹਾਜ਼ਰ ਸੀਗੇ। ਸਾਨੂੰ ਇਹਨਾਂ ਨੇ ਰਾਹ ਰੋਕਿਆ, ਉੱਥੇ ਅੰਦਰੋਂ ਸਾਨੂੰ ਬਾਹਰ ਨਹੀਂ ਨਿਕਲ ਦਿੱਤਾ ਗਿਆ। ਕੁਝ ਸ਼ਬਦ ਇਸ ਤਰ੍ਹਾਂ ਦੇ ਵਰਤੇ ਜਿਹੜੇ ਮੈਂ ਪਬਲਿਕਲੀ ਇਸ ਤਰ੍ਹਾਂ ਬੋਲ ਵੀ ਨਹੀਂ ਸਕਦੀ। ਔਰ ਜਿਹੜੀ ਉਸ ਤੋਂ ਵੀ ਅੱਗੇ ਜਾ ਕੇ ਜਿਹੜੀ ਗੱਲ ਹੈ ਕਿ ਸਾਡੇ 'ਤੇ ਇਹਨਾਂ ਨੇ ਪਰਚਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਸ਼ਿਕਾਇਤ ਕੀਤੀ ਹੈ ਸਾਡੇ ਅਗੇਂਸਟ ਕਿ ਇਹਨਾਂ ਅਧਿਆਪਕਾਂ ਨੇ ਸਾਨੂੰ ਜਾਤੀ ਸੂਚਕ ਸ਼ਬਦ ਯੂਨੀਅਨ ਦੇ ਵਰਤੇ। ਜੋ ਯੂਥ ਦੇ ਨੇਤਾ ਨੇ ਉਹ ਕਹਿ ਰਹੇ ਹਨ ਤੁਹਾਡਾ ਨਾਮ ਲੈ ਕੇ ਕਿ ਉਹਨਾਂ ਨੇ ਜਾਤੀ ਸੂਚਕ ਸ਼ਬਦ ਸਾਨੂੰ ਇਸਤੇਮਾਲ ਕੀਤੇ ਹੈ। ਕੀ ਹੋਇਆ ਜੇ ਅਸੀਂ SC ਹਾਂ ਜਾਂ ਜੇ ਹੈ ਫਿਰ ਵੀ ਅਸੀਂ ਪੜ੍ਹਨ ਦਾ ਅਖਤਿਆਰ ਰੱਖਦੇ ਹਾਂ। ਉਹਨਾਂ ਨੇ ਸਿੱਧਾ ਤੁਹਾਡੇ ਤੇ ਇਲਜ਼ਾਮ ਲਗਾਇਆ ਕਿ ਤੁਸੀਂ ਉਹਨਾਂ ਦੇ ਕੋਰਸਿਸ ਬੰਦ ਕਰਵਾ ਰਹੇ ਹੋ। ਅਸੀਂ ਉਹਨਾਂ ਦੇ ਕੋਰਸਿਸ ਨਹੀਂ ਬੰਦ ਕਰਵਾ ਰਹੇ, ਪਹਿਲੀ ਗੱਲ, ਕਿਉਂਕਿ ਇਹ ਸੈਲਫ ਫਾਈਨਾਂਸ ਕੋਰਸਿਸ ਨੇ। ਇਹਦੀ ਸਟਰੈਂਥ ਘਟੀ ਹੈ ਬਹੁਤੀ ਡਿਟੇਲ 'ਚ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ। ਵਿੱਤ ਸਕੱਤਰ ਨੇ ਮੈਡਮ ਇਸ ਸੁਸਾਇਟੀ ਦੇ, ਇਹ ਗੱਲ ਕਰਨਗੇ। ਜਿਹੜੇ ਜਾਤੀ ਸੂਚਕ ਸ਼ਬਦਾਂ ਦੀ ਤੁਸੀਂ ਗੱਲ ਕਰਦੇ ਹੋ, ਮੈਂ ਤੇ ਮੇਰੇ ਕੋਲੀਗਸ ਉੱਥੇ ਜਿੰਨੇ ਜਣੇ ਹਾਜ਼ਰ ਸੀਗੇ, ਸਾਡੇ 'ਚੋਂ ਕਿਸੇ ਨੇ ਵੀ, ਅਸੀਂ ਤਾਂ ਇਹ ਗੱਲ ਸੋਚ ਵੀ ਨਹੀਂ ਸਕਦੇ, ਇੰਨੇ ਵਿਦਿਆਰਥੀ ਜਿਹੜੇ ਸਾਡੇ ਕੋਲੋਂ ਪੜ੍ਹ ਕੇ ਜਾ ਚੁੱਕੇ ਨੇ, ਕਦੇ ਇਸ ਤਰ੍ਹਾਂ ਦੀ ਗੱਲ ਹੋਈ ਨਹੀਂ ਹੈ ਤੇ ਨਾ ਹੋਵੇ, ਨਾ ਅਸੀਂ ਸੋਚ ਸਕਦੇ ਹਾਂ ਇਹਦੇ ਬਾਰੇ। ਅਗਲੀ ਗੱਲ, ਮੇਰਾ ਤੇ ਮੇਰੇ ਪਰਿਵਾਰ ਦਾ ਇੱਕ ਇਸ ਮਸਲੇ ਦੇ ਉੱਤੇ ਨਾਂ ਹੈ। ਅਸੀਂ ਹਮੇਸ਼ਾ ਇਸ ਫੀਲਡ ਦੇ ਵਿੱਚ ਅੱਗੇ ਹੋ ਕੇ ਕੰਮ ਕੀਤਾ, ਦਬੇ ਕੁਚਲਿਆਂ ਦੀ ਮਦਦ ਲਈ ਉਹਨਾਂ ਲਈ ਆਵਾਜ਼ ਉਠਾਉਂਦੇ ਰਹੇ ਹਾਂ। ਇਹ ਜਾਣਬੁੱਝ ਕੇ ਜਿਹੜੀ ਇਸ ਤਰ੍ਹਾਂ ਦੀ ਸਾਜ਼ਿਸ਼ ਘੜੀ ਗਈ ਹੈ, ਜਿਹੜੀ ਇਹਨਾਂ ਨੇ ਇਹ ਇਲਜ਼ਾਮ ਲਾਏ ਨੇ, ਸਾਡੇ ਇਸ ਗੱਲ ਦੀ ਮੈਂ ਸਖਤ ਤੋਂ ਸਖਤ ਸ਼ਬਦਾਂ 'ਚ ਨਿਖੇਧੀ ਕਰਦੀ ਹਾਂ ਕਿ ਇਹ ਅਸੀਂ ਨਹੀਂ ਕੀਤਾ। ਹੁਣ ਦੱਸਦੀ ਹਾਂ ਕਿ ਇਹ ਸਾਨੂੰ ਧਮਕੀ ਇਹਨਾਂ ਨੇ ਦਿੱਤੀ ਸੀ। ਅਸਲ 'ਚ ਉਹ ਧਮਕੀ ਇਹ ਸੀ, ਪਹਿਲਾਂ ਜਦੋਂ ਪ੍ਰਿੰਸੀਪਲ ਆਫਿਸ ਦੇ ਬਾਹਰ ਬੈਠੇ ਸੀ ਉਸ ਵਕਤ ਧਮਕੀ ਦਿੱਤੀ, ਨਾਮ ਲੈ ਕੇ ਬਾਈ ਨੇਮ ਜਿਹੜੀ ਧਮਕੀ ਸੀਗੀ ਕਿ ਅਸੀਂ SC ST ਐਕਟ ਦੇ ਅਧੀਨ ਜਿਹੜਾ ਤੁਹਾਡੇ ਤੇ ਪਰਚਾ ਦਰਜ ਕਰਾਵਾਂਗੇ। ਪ੍ਰੈਸ਼ਰ ਬਿਲਡ ਕਰ ਰਹੇ ਆ, ਸਾਡੇ ਹੱਥ 'ਚ ਕੁਝ ਨਹੀਂ ਹੈ। ਅਗਲੀ ਵਾਰ ਜਿਹੜੀ ਧਮਕੀ ਦਿੱਤੀ ਇਹਨਾਂ ਨੇ ਪ੍ਰਿੰਸੀਪਲ ਆਫਿਸ ਦੇ ਅੰਦਰ ਦਿੱਤੀ, ਜਿਹਦੇ 'ਚ ਇਹਨਾਂ ਨੇ ਬਕਾਇਦਾ ਇਹ ਗੱਲ ਕਹੀ ਕਿ ਅਸੀਂ ਜਾ ਰਹੇ ਹਾਂ, ਅਸੀਂ SC ST ਐਕਟ ਦੇ ਅਧੀਨ ਤੁਹਾਡੇ ਤੇ ਪਰਚਾ ਦਰਜ ਕਰਾ ਰਹੇ ਹਾਂ। ਔਰ ਮੈਡਮ ਪ੍ਰਿਆ ਗੁਪਤਾ
ਜੋ ਕੰਪਿਊਟਰ ਟੀਚਰ ਸੀਗੇ ਹੁਣ ਉਹ ਰਿਲੀਵ ਕੀਤੇ ਹੋਏ ਸੀ, ਇਹਨਾਂ ਦੇ ਹੁਣ ਕੱਲ੍ਹ ਵਾਲੇ ਧਰਨੇ ਦੇ ਵਿੱਚ ਸ਼ਾਮਲ ਸੀ। ਉਹਨਾਂ ਨੇ ਇਹ ਧਮਕੀ ਦਿੱਤੀ ਹੈ ਕਿ ਅਸੀਂ 3 ਜਣੇ ਜਨਰਲ ਕੈਟਾਗਰੀ ਦੇ ਇਹਦੇ 'ਚ ਜਾ ਕੇ ਗਵਾਹੀ ਦੇਵਾਂਗੇ। ਜਦੋਂ ਕਿ ਤੁਹਾਡੇ ਵੱਲੋਂ ਕਹਿਣਾ ਹੈ ਵੀ ਜੋ ਇਲਜ਼ਾਮ ਤੁਹਾਡੇ ਤੇ ਲਗਾਏ ਗਏ ਆ ਉਹ ਪਲਾਂਟ ਕੀਤੇ ਹੋਏ ਇਲਜ਼ਾਮ ਨੇ ਅਤੇ ਬੇਬੁਨਿਆਦ ਨੇ। ਬਿਲਕੁਲ ਬੇਬੁਨਿਆਦ ਨੇ, ਬਿਲਕੁਲ ਪਲਾਂਟ ਕੀਤੇ ਹੋਏ ਨੇ। ਇਸ ਤਰ੍ਹਾਂ ਦੀ ਸਥਿਤੀ ਕਦੇ ਵਾਪਰੀ ਨਹੀਂ, ਨਾ ਹੁਣ ਹੈਗੀ ਹੈ, ਬਿਲਕੁਲ ਬੇਬੁਨਿਆਦ ਹੈ। ਮੈਡਮ ਤੋਂ ਜਾਣਕਾਰੀ ਲੈਣੇ ਕਿ ਮੈਡਮ ਕਿੰਨੇ ਸਾਲਾਂ ਤੋਂ ਜੋ ਕੋਰਸਸ ਇਹ ਬੰਦ ਕਰਨ ਦੀ ਕੋਸ਼ਿਸ਼ ਗੱਲ ਕਹਿ ਰਹੇ ਨੇ, ਕਿੰਨੇ ਸਾਲਾਂ ਤੋਂ ਨਹਿਰੂ ਕਾਲਜ ਦੇ ਵਿੱਚ ਕੰਟੀਨਿਊ ਚੱਲ ਰਹੇ ਸੀ ਤੇ ਹੁਣ ਕੀ ਇਹੋ ਜਿਹੀ ਸਥਿਤੀ ਆ ਗਈ ਕਿ ਆਪਾਂ ਨੂੰ ਇਮੀਡੀਏਟਲੀ ਇਹਨਾਂ ਨੂੰ ਬੰਦ ਕਰਨਾ ਪੈ ਗਿਆ? ਪਹਿਲੀ ਗੱਲ ਤਾਂ ਇਹ ਕਿ ਕੋਰਸਿਸ ਬੰਦ ਨਹੀਂ ਕੀਤੇ ਗਏ। ਜਿਹੜੀ ਸਿਚੁਏਸ਼ਨ ਵਿਚਾਰੀ ਜਾ ਰਹੀ ਹੈ ਐਡਮਿਸ਼ਨਸ ਦੇ ਆਧਾਰ ਤੇ, HEIS ਜਿਹੜੀ ਇੱਕ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀ, ਇਹ ਬਿਲਕੁਲ ਇੱਕ ਸੈਲਫ ਫਿਨਾਂਸ ਬੇਸਡ ਸੁਸਾਇਟੀ ਹੈ। ਸੈਲਫ ਫਿਨਾਂਸ ਮਤਲਬ ਕਿ ਇਹਦੇ ਵਿੱਚ ਜੋ ਬੱਚੇ ਆਉਂਦੇ ਨੇ ਉਹਨਾਂ ਦੀਆਂ ਫੀਸਾਂ ਨਾਲ ਹੀ ਇਹ ਫੰਡ ਤੋਂ ਹੀ ਉਹਨਾਂ ਨੂੰ ਸੈਲਰੀ ਕੀਤੀ ਜਾਂਦੀ ਹੈ ਤੇ ਜਿਹੜੇ ਇਹਨਾਂ ਦੇ ਕੋਈ ਵੀ ਖਰਚੇ ਹੈਗੇ ਆ ਸੁਸਾਇਟੀ ਦੇ ਉਹ ਕੀਤੇ ਜਾਂਦੇ ਨੇਗੇ। ਠੀਕ ਹੈ, ਤਾਂ ਇਹ 2008 'ਚ ਪ੍ਰਿੰਸੀਪਲਸ ਵੱਲੋਂ ਸਟਾਰਟ ਕੀਤਾ ਗਿਆ ਸੀ ਕੋਰਸ ਸੀ ਜਿਹੜਾ ਸੈਲਫ ਫਿਨਾਂਸ ਨਹੀਂ, ਸਰਕਾਰ ਦੀ ਪਰਮਿਸ਼ਨ ਨਾਲ। ਹਾਂਜੀ, ਠੀਕ ਹੈ। ਯੂਨੀਵਰਸਿਟੀ ਦੀ ਐਫੀਲੀਏਸ਼ਨ ਹੈ ਬਕਾਇਦਾ, ਹਰ ਬੱਚੇ ਦੀ 6500 7000 5500 ਤੋਂ ਲੈ ਕੇ 7 ਦੇ ਵਿੱਚ 6000 ਤੋਂ 7 ਦੇ ਵਿੱਚ ਇਹਨਾਂ ਦੀ ਫੀਸ ਜਾਂਦੀ ਹੈ ਪਰ ਸਟੂਡੈਂਟ ਯੂਨੀਵਰਸਿਟੀ ਨੂੰ। ਬੱਚਿਆਂ ਦੇ ਫੀਸ ਦੇ ਨਾਲ ਹੀ ਇਹ ਸੁਸਾਇਟੀ ਪੂਰੀ ਤਰ੍ਹਾਂ ਨਾਲ ਚੱਲ ਰਹੀ ਹੈ। ਸਿੱਧਾ ਤੁਹਾਡਾ ਕਹਿਣਾ ਹੈ ਫੰਡਾਂ ਦੀ ਘਾਟ ਦੇ ਕਾਰਨ ਇਹ ਕੋਰਸਸ ਬੰਦ ਕੀਤੇ ਜਾ ਰਹੇ ਹਨ। ਹਾਂਜੀ, ਸਟਾਰਟਿੰਗ 'ਚ ਇਹਦੇ 'ਚ ਸੀ ਬੱਚਿਆਂ ਦੇ ਦਾਖਲੇ ਜ਼ਿਆਦਾ ਸੀ ਤਾਂ ਫੰਡ ਸਾਡੇ ਕੋਲ ਸੀ, ਕੁਛ ਉਹ ਚੱਲਦੇ ਰਹੇ, ਉਹਨਾਂ ਨਾਲ ਅਸੀਂ ਪਿਛਲੇ 3 ਸਾਲ ਤੋਂ ਇਹ ਘਾਟੇ 'ਚ ਜਾ ਰਹੀ ਸੀ। ਉਹ ਪਿਛਲੇ ਫੰਡ ਨਾਲ ਹੀ ਉਹ ਘਾਟਾ ਵੀ ਸਾਡਾ ਐਟ ਪਾਰ ਕਵਰ ਅਪ ਹੋ ਰਿਹਾ ਸੀ। ਪਰ ਹੁਣ ਸਥਿਤੀ ਇਹ ਹੈ ਕਿ ਸਾਨੂੰ ਕੋਈ ਵੀ ਇਸ਼ੂ ਇੱਦਾਂ ਦਾ ਨਹੀਂ ਕਿ ਅਸੀਂ ਰਿਜ਼ਰਵਡ ਕੈਟਾਗਰੀ ਵਾਲੇ ਬੱਚਿਆਂ ਨੂੰ ਦਾਖਲਾ ਨਹੀਂ ਦੇਣਾ, ਕਿਉਂਕਿ ਸਾਡਾ ਰੂਰਲ ਏਰੀਆ ਬੱਚੇ ਸਾਡੇ ਨੇ ਇਹ। ਠੀਕ ਹੈ, ਸਾਡੇ ਕੋਲ ਇੱਦਾਂ ਦਾ ਕੁਛ ਨਹੀਂ ਮਾਈਂਡ ਸੈਟ, ਕਿਸੇ ਵੀ ਟੀਚਰ ਦੀ ਇੱਦਾਂ ਦੀ ਸੋਚ ਨਹੀਂ ਹੈ, ਕੋਈ ਪ੍ਰਿੰਸੀਪਲ ਦੀ ਸੋਚ ਨਹੀਂ ਹੈ। ਗੱਲ ਇਹ ਹੈ ਕਿ ਜੇਕਰ ਜਨਰਲ ਕੈਟਾਗਰੀ ਦੇ ਬੱਚੇ ਆਉਣਗੇ ਤਾਂ ਫੀਸਾਂ ਮੇਨਲੀ ਉਹਨਾਂ ਤੋਂ ਆਉਣਗੀਆਂ, ਉਹ ਫੀਸ ਦੇ ਨਾਲ ਹੀ ਫਿਰ ਸਾਰਾ ਖਰਚਾ ਜਿਹੜਾ ਚੱਲਣਾ ਹੈ। ਇਸ ਵਾਰ ਜਿਹੜਾ ਜਨਰਲ ਕੈਟਾਗਰੀ ਦੇ ਬੱਚੇ ਨਹੀਂ ਆ ਰਹੇ, ਜੇ ਮੀਨਸ ਇੱਕ ਬੱਚਾ ਜਨਰਲ ਕੈਟਾਗਰੀ ਦਾ 15 ਰਿਜ਼ਰਵਡ ਕੈਟਾਗਰੀ ਦੀ ਹੈ। ਗੌਰਮੈਂਟ ਦੀ ਪਾਲਿਸੀ ਇਹ ਹੈ ਵੀ 75% ਜਿਹੜੀ ਐਡਮਿਸ਼ਨ ਉਹ ਜਨਰਲ ਕੈਟਾਗਰੀ ਦੀ ਹੋਣੀ ਜ਼ਰੂਰੀ ਹੈ, 25% ਸੀਟਾਂ ਜਿਹੜੀਆਂ ਰਾਖਵੀਆਂ ਦਿੱਤੀਆਂ ਜਾਂਦੀਆਂ। ਤਾਂ ਉਹ ਘਾਟੇ ਕਰਕੇ ਜੇਕਰ ਅਸੀਂ ਇੱਕ ਵਾਰੀ ਸਟਾਰਟ ਕਰ ਲੈਂਦੇ ਹਾਂ ਤਾਂ ਸਵਾਲ ਇਹ ਪੈਦਾ ਹੁੰਦਾ ਵੀ ਟੀਚਰਸ ਨੂੰ ਤਨਖਾਹ ਕਿੱਥੋਂ ਦੇਵਾਂਗੇ, ਕਿਉਂਕਿ ਇੱਕ ਟੀਚਰ ਆਏਗਾ ਸਾਰਾ ਸਾਲ ਉਸ ਦੀ ਸੈਲਰੀ ਵੀ ਜਾਣੀ ਹੈ, ਇੱਕ ਟੀਚਰ ਨਹੀਂ ਹੈ। ਤਾਂ ਫਿਰ ਅਸੀਂ ਇਹ ਦੇਖ ਰਹੇ ਸੀ ਵੀ ਜਿਹੜੇ ਰਨਿੰਗ ਕੋਰਸਿਸ ਨੇ BCA 1 ਸੀ ਜਿਹੜੀ ਉਹ ਸੈਕਿੰਡ ਈਅਰ 'ਚ ਹੋ ਗਏ, ਸੈਕਿੰਡ ਈਅਰ ਵਾਲੇ ਫਾਈਨਲ 'ਚ, ਉਹ ਸਾਨੂੰ ਚਲਾਉਣੇ ਹੀ ਪੈਣਗੇ ਹਰ ਹੀਲੇ। ਬਾਕੀ ਨਵੇਂ ਅਸੀਂ ਸਟਾਰਟ ਕਰ ਸਕਦੇ ਹਾਂ ਜੇਕਰ ਸਾਡੇ ਕੋਲ ਜਨਰਲ ਕੈਟਾਗਰੀ ਦੇ ਬੱਚੇ ਮੀਨਸ ਫੰਡ ਸਾਡੇ ਕੋਲ ਆਉਂਦਾ। ਹਾਂ, ਮਤਲਬ ਸਾਨੂੰ ਫੰਡ ਦਾ ਹੈ ਕਿ ਟੀਚਰ ਨੂੰ ਤਨਖਾਹ ਦੇਣ ਜੋਗੇ ਹੋਈਏ ਅਸੀਂ, ਇਹ ਸਾਡੀ ਸਮੱਸਿਆ ਹੈ। ਧੰਨਵਾਦ। ਸਿੱਧਾ ਪ੍ਰੋਫੈਸਰ ਸਾਹਿਬ ਦਾ ਕਹਿਣਾ ਹੈ ਕਿ ਫੰਡਾਂ ਦੀ ਘਾਟ ਦੇ ਚੱਲਦਿਆਂ ਹੀ ਇਹਨਾਂ ਕੋਰਸਜ਼ਾਂ ਨੂੰ ਬੰਦ ਕਰਨ ਦੀ ਨੌਬਤ ਆਈ ਹੈ, ਨਾ ਕਿ ਹੋਰ ਕਿਸੇ ਇਸ਼ੂ ਦੇ ਚੱਲਦਿਆਂ, ਅਤੇ ਜੋ ਜਾਤੀ ਸੂਚਕ ਸ਼ਬਦਾਂ ਦਾ ਨੂੰ ਲੈ ਕੇ ਸਟੂਡੈਂਟਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਜਾਂ HIS ਦੇ ਪ੍ਰੋਫੈਸਰਾਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ, ਇਹਨਾਂ ਨੇ ਸਿਰੇ ਤੋਂ ਇਹਨਾਂ ਇਲਜ਼ਾਮਾਂ ਨੂੰ ਨਕਾਰ ਦਿੱਤਾ, ਕਿਹਾ ਕਿ ਇਹ ਇਲਜ਼ਾਮ ਬਿਲਕੁਲ ਬੇਬੁਨਿਆਦ ਹਨ। ਮੈਂ ਜੀਵਨ ਮੀਰਪੁਰੀਆ, MM ਨਿਊਜ਼ ਮਾਨਸਾ। ਹੁਣ ਸਾਡੇ ਨਾਲ ਨੇ SHO ਸਿਟੀ 2 ਗੁਰਦਰਸ਼ਨ ਸਿੰਘ ਜੀ। SHO ਸਾਹਿਬ, ਅੱਜ ਤੁਸੀਂ ਨਹਿਰੂ ਕਾਲਜ ਮੈਮੋਰੀਅਲ ਦੇ ਵਿੱਚ ਖੜੇ ਹੋ ਮਾਨਸਾ ਵਿਖੇ, ਇੱਥੇ 2 ਧਰਨੇ ਲੱਗੇ ਹੋਏ ਹਨ। ਸਰ, ਪੂਰਾ ਮਸਲਾ ਤੋਂ ਕੀ ਹੈ? ਸਾਨੂੰ ਹੁਣੇ ਤੇ ਇਨਫੋਰਮੇਸ਼ਨ ਮਿਲੀ ਸੀ ਵੀ ਕਾਲਜ ਵਿੱਚ ਵਿਦਿਆਰਥੀਆਂ ਨੇ ਵੀ ਤੇ ਟੀਚਰ ਸਟਾਫ ਨੇ ਧਰਨਾ ਲਾਇਆ। ਅਸੀਂ ਹੁਣੇ ਆਏ ਪਤਾ ਕਰਦੇ ਇਹਨਾਂ ਦਾ ਤੇ ਮਸਲਾ ਹੱਲ ਕਰਦੇ ਹਾਂ। ਮਸਲਾ ਹੱਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕੋਸ਼ਿਸ਼ ਕਰਦੇ ਹਾਂ, ਮਸਲਾ ਹੱਲ ਹੋ ਹੀ ਜਾਣਾ, ਕੋਈ ਬਾਹਲਾ ਵੱਡਾ ਨਹੀਂ। ਕੋਈ ਮਸਲਾ ਵੱਡਾ ਨਹੀਂ ਹੈਗਾ, ਸਥਿਤੀ ਕੰਟਰੋਲ 'ਚ ਹੈ। ਚੀਫ ਫੁੱਟਵੀਅਰ ਦੇ ਸ਼ੋਰੂਮ ਤੋਂ ਖਰੀਦੋ ਅਸਲੀ ਬ੍ਰਾਂਡ ਕੰਪਨੀਆਂ ਦੇ ਬ੍ਰਾਂਡਡ ਬੂਟ, ਜਿਵੇਂ ਕਿ ਲੀ ਕੂਪਰ, ਲਿਬਰਟੀ, ਸਕੈਚਰ, ਪਿਊਮਾ, ਰੈੱਡ ਟੇਪ। ਇਹ ਬ੍ਰਾਂਡ ਕੰਪਨੀਆਂ ਦੇ ਬ੍ਰਾਂਡਡ ਬੂਟ ਤੁਹਾਨੂੰ ਚੀਫ ਫੁੱਟਵੀਅਰ ਤੇ ਬਿਲਕੁਲ ਓਰੀਜਨਲ ਬ੍ਰਾਂਡ ਮਿਲਣਗੇ। ਤਾਂ ਫਿਰ ਆਓ ਚੀਫ ਫੁੱਟਵੀਅਰ ਤੇ ਆਓ,
ਹਮੇਸ਼ਾ ਯਾਦ ਰੱਖਣਾ, ਮਾਨਸਾ ਸ਼ਹਿਰ ਦੀ ਸੁੰਨੀ ਗਲੀ ਦੇ ਵਿੱਚ ਇੱਕੋ ਇੱਕ ਸ਼ੋਰੂਮ ਬ੍ਰਾਂਡਡ ਬੂਟਾਂ ਦਾ, ਚੀਫ ਫੁੱਟਵੀਅਰ। ਸੰਪਰਕ ਨੰਬਰ ਨੋਟ ਕਰੋ ਜੀ, 99 158 21 929।